गुड मॉर्निंग स्टूडेंट्स। आज आप बेटा कर रहे हैं कुल्फ़ी कहानी जो कि सुजान सिंह की लिखी हुई है। ठीक है, कुल्फ़ी बारे पहला थोड़ी जानकारी दिंने आपां। सुजान सिंह सी जिहड़ा उहदी घट तनख्वाह लैण वाले जिहड़े मुलाजम दी आर्थिक हालत का चित्र पेश किया गया। ठीक है, घट तनख्वाह लैण वाले ਉਹ अपनी कुल्फ़ी खाण की ख्वाहिश नूं दिल विच ही दबा लैंदा है। इत्थों तक कि काका जिहड़ा उहदा पुत्तर हुंदा है तो ਉਹਦੇ माफ़ी कुल्फ़ी मंगण ਦੇ ਉੱਤੇ ਵੀ ਉਸਦੇ ਬਹਾਨੇ ਤੇ ਬਹਾਨੇ ਲਾਉਂਦਾ ਰਹਿੰਦਾ। ठीक है, ਕਾਕੇ ਦੇ ਮੁਰਮਰੇ ਮੰਗਣ 'ਤੇ ਉਹ ਕਹਿੰਦਾ ਕਿ ਮੁਰਮਰਾ ਭੈੜਾ ਹੁੰਦਾ, ਮੁਰਮਰਾ ਗੰਦਾ ਹੁੰਦਾ। ਸ਼ਾਮ ਨੂੰ ਬਾਜ਼ਾਰੋਂ ਕੁਲਫੀ ਖਾਵਾਂਗੇ ਦਾ ਬਹਾਨਾ ਲਾ ਲੈਂਦਾ। ठीक है, ਜਿਹੜੀ ਉਹਦੀ ਆਰਥਿਕ ਹਾਲਤ ਹੁੰਦੀ ਹੈ ਦਸ਼ਾ ਤੋਂ ਤੰਗ ਆ ਕੇ ਉਹ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਵੀ ਕਹਿਣ ਤੋਂ ਡਰਦਾ ਅਤੇ ਮਤਾ ਕਿਧਰੇ ਉਹ ਉਸਨੂੰ ਜਿਹੜੀ ਕੁਲਫੀ ਤੋਂ ਜਵਾਬ ਨਾ ਮਿਲ ਸਕੇ ਉਹ ਡਰਦਾ ਹੈ। ਠੀਕ ਹੈ, ਅਤੇ ਕਹਾਣੀ ਵਿੱਚ ਲੇਖਕ ਆਪਣੇ ਆਪ ਨੂੰ ਇੱਕ ਅਸਫਲ ਪਿਤਾ ਸਮਝਦਾ ਹੈ ਕਿਉਂਕਿ ਉਹ ਆਪਣੇ ਬੱਚੇ ਨੂੰ ਛੋਟੀ ਜਿਹੀ ਮੰਗ ਉਹਦੀ ਪੂਰੀ ਨਹੀਂ ਕਰ ਸਕਦਾ। ਅਤੇ ਕਾਕਾ ਰੋਂਦਿਆਂ ਰਾਤ ਨੂੰ ਸੌਂਦਿਆਂ ਹੋਇਆਂ ਵੀ ਕੁਲਫੀ ਬੁੜਬੁੜਾਉਂਦਾ ਹੈ। ਪਤਨੀ ਵੱਲੋਂ ਕਾਕੇ ਨੂੰ ਗਾਲ ਕੱਢਣ 'ਤੇ ਲੇਖਕ ਦਾ ਮਨ ਬਹੁਤ ਤੜਫਦਾ। ਠੀਕ ਹੈ, ਅੰਤ ਵਿੱਚ ਕੁਲਫੀ ਖਾ ਰਹੇ ਸ਼ਾਹਾਂ ਦੇ ਮੁੰਡੇ ਤੋਂ ਕਾਕਾ ਉਸਦੇ ਹੱਥੋਂ ਖੋਹ ਲੈਂਦਾ ਅਤੇ ਉਸਨੂੰ ਢੁੱਡ ਮਾਰ ਕੇ ਸੁੱਟ ਦਿੰਦਾ। ਜਦੋਂ ਉਸਦੀ ਮਾਂ ਉਸਨੂੰ ਕੋਝੀ ਹਰਕਤ 'ਤੇ ਕਾਕੇ ਨੂੰ ਮਾਰਨ ਲੱਗਦੀ ਹੈ ਤਾਂ ਲੇਖਕ ਕਹਿੰਦਾ ਕਿ ਕੁਝ ਵੰਡ-ਸਦੈਣੇ ਨੇ ਕਾਇਰ ਪਿਓ ਦੇ ਘਰ ਇੱਕ ਬਹਾਦਰ ਮੁੰਡਾ ਜੰਮਿਆ। ਮਹੀਨਾ ਮੁੱਕਣ ਵਾਲਾ ਸੀ। ਅੱਜ ਆਪਾਂ ਹੁਣ ਕੁਲਫੀ ਕਹਾਣੀ ਜਿਹੜੀ ਆਪਾਂ ਕਰਦੇ ਹਾਂ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਜਿਹੜੀ। ਮਹੀਨਾ ਮੁੱਕਣ 'ਤੇ ਸੀ ਪਰ ਮੁੱਕਣ ਵਿੱਚ ਸੀ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝੱਟ ਮੁੱਕ ਸਕਦੇ ਨੇ। ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਨਾਲ ਕਿਵੇਂ ਉੱਡ ਜਾਂਦੀ ਸੀ। ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਸੀ। ਪਾਸਾ ਬੈਠ ਕੇ ਪਿੱਠ 'ਤੇ ਹੱਥ ਫੇਰਿਆ ਤਾਂ ਸੱਫ ਦੀਆਂ ਜਿਹੜੀਆਂ ਪਿੜੀਆਂ ਪਿੰਡੇ ਉੱਤੇ ਖੁੱਭੀਆਂ ਹੋਈਆਂ ਸਨ। ਮਲਾਈ ਵਰਗੀ ਕੁਲਫੀ, ਠੰਡੀ ਠਾਰ ਕੁਲਫੀ ਦੀ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ ਅਤੇ ਉਸਦੀ ਆਵਾਜ਼ ਸੀ ਜਿਹੜੀ ਉਹ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸ਼ਿਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵੱਸ ਹਾਂ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਦੇ ਕੇ ਜਗਾ ਦਿੱਤਾ ਅਤੇ ਮੈਂ ਖਿਝਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਦਾ ਜੀ ਕਿੰਨੀਆਂ ਆਵਾਜ਼ਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ? ਹਾਂ ਕੀ ਕਹਿਣਾ ਦੱਸ ਵੀ? ਮੈਂ ਕੁਝ ਕਾਲੇ ਪੈ ਕੇ ਪੁੱਛਿਆ। ਟਕਾ ਇੱਕ ਦੇ ਦਿਓ ਦਾ ਜੀ। ਪਰ ਟਕਾ ਮੇਰੇ ਕੋਲ ਨਹੀਂ ਸੀ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਰੀਕ ਸੀ। ਘਰ ਦਾ ਖਰਚ ਬਾਜ਼ਾਰ ਦੀ ਉਧਾਰ ਦੀ ਸਾਖ 'ਤੇ ਮਸੀਂ ਤੁਰ ਰਿਹਾ ਸੀ। ਟਕਾ ਦੇ ਦਿਓ ਵੀ ਨਾ ਦਾ ਜੀ। ਬਾਹਰ ਮੁਰਮਰੇ ਵਾਲਾ ਉੱਚੀ ਸਾਡੇ ਬੂਹੇ ਅੱਗੇ ਕੋਕੇ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ? ਖਰਚਣਾ ਮੈਂ ਟਕਾ। ਹੋਰ ਕੀ ਕਰੀਂਦਾ ਟਕੇ ਨੂੰ? ਮੈਨੂੰ ਪਤਾ ਏ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਧੇਲਾ ਖਰਚ ਨੂੰ ਮਿਲਦਾ ਸੀ ਅਤੇ ਧੇਲੇ ਅਤੇ ਮਸੱਦੀ ਆਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੇ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਮਿਲ ਸਕਦੇ ਅਤੇ ਆਮਦਨ ਮੇਰੇ ਪਿਤਾ ਦੀ ਆਮਦਨ ਦੇ ਪਾਸ਼ਕ ਵੀ ਨਹੀਂ ਸੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਅਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗ ਪਿਆ। ਬਾਹਰੋਂ ਫਿਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ ਅਤੇ ਨਾਲ ਹੀ ਕਾਕੇ ਨੇ ਆਖਿਆ, ਟਕਾ ਦਿਓ ਵੀ ਨਾ ਦਾ ਜੀ। ਟਕਾ ਭੈੜਾ ਹੁੰਦਾ। ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਜਿਹੀ ਵਿੱਚ ਕਿਹਾ, ਟਕਾ ਵੀ ਕਦੇ ਭੈੜਾ ਹੁੰਦਾ ਦਾ ਜੀ? ਟਕੇ ਦਾ ਮੁਰਮਰਾ ਹੁੰਦਾ। ਮੁਰਮਰਾ ਭੈੜਾ ਹੁੰਦਾ ਮੈਂ ਆਖਿਆ। ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਮੁਰਮਰਾ ਅਤੇ ਮਿੱਠਾ ਹੁੰਦਾ ਕਿਹਾ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਨਾਉਂਦਿਆਂ ਕਿਹਾ,
ਮੁਰਮਰੇ ਨਾਲ ਖੰਘ ਲੱਗ ਜਾਂਦੀ ਏ ਬੱਚੂ। ਤੁਸੀਂ ਧੱਕਾ ਦੇ ਦਿਓ, ਮੈਨੂੰ ਨਹੀਂ ਖੰਘ ਲੱਗਦੀ ਲੁਗਦੀ ਖੰਘ। ਬੱਚਾ ਤੋਤਲੀ ਆਵਾਜ਼ 'ਚ ਬੋਲ ਰਿਹਾ ਸੀ ਆਪਣੀ ਭਾਸ਼ਾ ਵਿੱਚ। ਠੀਕ ਹੈ, ਇਸ ਤਰ੍ਹਾਂ ਜਿਹੜਾ ਉਹ ਕੀ ਹੈ, ਮੁੰਡਾ ਮੱਛਰ ਦਾ ਜਾਪਦਾ ਸੀ। ਧੱਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ। ਖਬਰੇ ਵੱਡਾ ਦੋਸ਼ ਦੇ ਕੇ ਭੁਲਾਉਣ ਲਈ। ਮੁਰਮਰਾ ਗੰਦਾ ਹੁੰਦਾ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਲੈ ਕੇ ਆਵਾਂਗੇ। ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣੀ ਮੰਨ ਗਿਆ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ, ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ 'ਤੇ ਸਮਾਂ ਕਤਲ ਕਰਦਾ ਰਿਹਾ। ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ਼ ਕਰਦਾ ਰਿਹਾ। ਠੀਕ ਹੈ, ਅਤੇ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰੀ ਇੰਨੇ ਕੁਝ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ? ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਹੋ ਨਹੀਂ ਸਕਦੇ, ਜੇ ਹੋ ਵੀ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰ ਸਕਣ। ਮੰਗ ਕੀਤਿਆਂ ਕਈ ਵਾਰੀ ਨੌਕਰੀਆਂ ਜਵਾਬ ਵੀ ਮਿਲ ਜਾਂਦਾ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਜਿਹੜੀ ਹੈ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਅਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ, ਮੈਂ ਦੱਬੇ ਪੈਰੀ ਘਰ ਪਹੁੰਚਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਉੱਤੋਂ ਹੀ ਆਵਾਜ਼ ਆਈ, ਦਾ ਜੀ ਆਇਆ ਜੀ। ਅਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ। ਦਾ ਜੀ ਕੁਲਫੀ ਖਾਣਾ ਜੀ? ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਉੱਤੇ ਚੱਲ ਉੱਤੇ, ਮੈਂ ਕਿਹਾ। ਕਾਕਾ ਨਿੰਮੋ ਝੂਣਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ। ਮੰਜੇ 'ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਏ, ਕੁਲਫੀ ਕੱਲ੍ਹ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ ਅਤੇ ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ। ਫਿਰ ਆਖਿਰ, ਦਾ ਜੀ ਤਾਰੇ ਪਈਏ ਹੁੰਦੇ ਨੇ ਨਾ, ਵੱਡਾ ਭਾ ਆਖਦਾ ਸੀ ਤਾਰੇ ਪਈਏ ਹੁੰਦੇ ਨੇ, ਅਤੇ ਦਾ ਜੀ ਸਾਰੇ ਪਈਏ ਸਾਡੇ ਕੋਠੇ 'ਤੇ ਕਿਉਂ ਨਹੀਂ ਬਰ ਪੈਂਦੇ? ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ, ਮਾਨੋ ਉਸਦਾ ਸੁਰਗ ਢਾਹ ਛੱਡਿਆ। ਉਹ ਮੰਜੇ 'ਤੇ ਲੇਟ ਗਿਆ ਅਤੇ ਅਸਮਾਨ ਵੱਲ ਦੇਖਦਾ ਆਖਿਰ ਸੌਂ ਹੀ ਗਿਆ। ਦੂਸਰੇ ਦਿਨ ਕੰਮ 'ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹਿਆਂ ਨਹੀਂ ਸੀ ਪੈ ਰਿਹਾ। ਮੰਗਣਾ ਬਹੁਤ ਔਖਾ ਕੰਮ ਏ, ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ। ਆਖਿਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ। ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਛ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ ਤੇਲ ਆਦਿ ਵਿੱਚ ਕਾਕੇ ਨੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁੱਕ ਗਏ ਉਹਦੇ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਯਾਦ ਰਹਿਣਾ, ਮੈਂ ਟਕੇ ਦੇ ਛੱਡਾਂਗੀ ਮੁਰਮਰੇ ਲਈ। ਠੀਕ ਹੈ, ਟਕਾ ਦੇ ਛੱਡਾਂਗੀ ਮੁਰਮਰੇ ਲਈ। ਕਾਕਾ ਜਾਗਦਿਆਂ ਹੀ ਕੁਲਫੀ ਮੰਗੀ, ਚਿੰਗ ਚਿਗਾੜਾ ਪੈ ਗਿਆ। ਕੱਲ੍ਹ ਵਾਲਾ ਮੁਰਮਰੇ ਅਤੇ ਟਕਾ ਮਨਜ਼ੂਰ ਨਹੀਂ ਸੀ। ਆਖਿਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਅਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਅਤੇ ਢੇਰ ਰਾਤ ਗੁਜ਼ਰੀ ਮੁੜਿਆ। ਕਾਕੇ ਨੂੰ ਸੁੱਤਾ ਦੇਖ ਕੇ ਚਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਲੰਮਾ ਪਿਆ, ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਹੀ ਨਹੀਂ ਸੀ, ਪਰ ਆਖਿਰ ਪਤਾ ਨਹੀਂ ਕਦੋਂ ਆ ਗਈ ਨੀਂਦ। ਅਤੇ ਆਖਦੇ ਨੇ ਕਿ ਸੂਲਾਂ 'ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਮਗਰੋਂ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸਦੇ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ। ਉਹ ਬਾਂਹ ਉਲਟਾ ਕੇ ਮੇਰੇ ਮੂੰਹ 'ਤੇ ਮਾਰੀ ਉਸਨੇ। ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ। ਹੁਣ ਚੇਤਨ ਹੋ ਗਿਆ। ਕਾਕਾ ਕੁਝ ਬੁੜਬੁੜਾਇਆ, ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉਹ ਉੱਚੀ ਬੁੜਬੁੜਾਇਆ, ਕੁਫੀ ਕੁਫੀ, ਦਾ ਜੀ ਕੁਫੀ। ਮੈਂ ਬੇਹੱਵਲ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ?
श्रीमती ने आख्या। ते ਇਹ जान के मैं जागदा हाँ जारी रखिया। खसमा खाना सुत्ता पिया भी कुल्फियाँ मंगदा है। मेरे ते मानो बिजली पै गई होवे। मैं चुप रहा ते काका भी चुप हो गया। सवेरे जाग के काके कुल्फी की मंग कोई ना की। मेरे काम तो मुड़ के आउंदियां ही मैथों कुछ ना मंगया उसने। रोटी खा के मैं दोपहर की नींद लैन लई लेट गया। उस चुभण वाली साफ उत्ते अते हुदार ना लै सकन दी असफलता ते झूरदा रहा। फिर मैनू नींद आ गई। मेरी नींद हाले अधवट्टे ही सी कि गली विच किसी कुल्फी वाले ने होका दिता, ठंडी ठार कुल्फी, मज़ेदार कुल्फी। मैं जाग गया। काका मेरे लागे रबड़ दी पाटी बत्तख नाल खेड रहा सी। दूसरी आवाज़ ते उसदे कंन खड़े हो गए। बत्तख नूं सुट के वह खड़ा होया। बूहे लगे जाके वह खड़ा हो के बाहर देखण लग पिया। मैं सोचिया हुण मैनू जगाउण आवेगा, पर वह उत्थे ही खड़ोता रहा। फिर वह बाहर तुर पिया। मैं छोपली उठ के बूहे ओले आ खड़ोता। कुल्फी वाला सामने साह जी दे लड़के नूं कुल्फी कढ़ के देण दे आहार विच सी। यह मुंडा गली दा बुली सी ते छोटिया मुंडियां नूं सदा कुटदा रहिंदा सी। यह कोई 8 कुछ वरियां दा सी। साडे काके नालों 3 कुछ साल वड्डा सी। काका सिपाहियां वांग लत्तां चौड़ियां करके लक पिछे हथ जोड़ी खड़ा सी। कुल्फी वल गोह नाल देख रहा सी। पर उस कुल्फी वाले भाई कोलों कुल्फी नहीं सी मंगी, क्योंकि ज्यों ही कुल्फी वाले ने साहां दे मुंडे दे हत्थ विच कुल्फी दी प्लेट रखी, काका तुस दे के उसनूं पै गया। ओ गई प्लेट, ओ गई कुल्फी। फलूदा ते चमचा ते मोरी विच डिग्गा साहां दा मुंडा। किसे जेतू वांग काका उसदे वल वेखदा रहा। साहां दा मुंडा गुस्सा खा के उठिया। कुल्फी दा नुकसान ते अपनी हेठी उसनूं जिवें नवां जोश दे रही सी। ज्यों ही वह उठिया, काके ने फिर उसनूं एक ऐसी ढुड मारी कि वह फिर मोरी विच जा पिया ते चीका मारन लग पिया। कुल्फी वाला काके नूं चपेड़ लैके आया। मैं नस के काके नूं चुक लिया। कुल्फी वाले ने साहां दे मुंडे नूं उठा लिया। सानी जो कि किसी दा कोई उलांभा नहीं सी सुणदी, अज साडे उलांभा देण लई आई। काके दा शरीर भख रहा सी। श्रीमती ने कहा, हाँ खसमा खाणिया, तू लग्या हुण उलांभे लिआउण ते मारन लई चपेड़ उघारी। मैं कहा, कुछ वंड सदैने कायर प्यो दे घर बहादुर मुंडा जम्मिया। ये सी बेटा कुल्फी कहानी। मैनूं उम्मीद है कि तुहानूं बहुत चंगी तरह समझ आई होएगी। धन्नवाद।